माधो क्या कहिए परम ऐसा, जैसा मानिए होए न तैसा। जैसा सी मान रहे सी वैसा नहीं सी, जैसा सी देख रहे सी वैसा नहीं। ਇਹੋ ही क्या है ना, ਇਹੋ ही भरम है ना भी जैसा तुसी देख रहे हो वैसा नहीं है। पर दूसरी गल भी ख्याल विच रखो, जैसा तुसी सुन रहे हो वैसा ही किया नहीं जा रहा है। जैसा किया जाता है ना वैसा ही थोड़ी सुनिया जाता है। जैसा बाबे नानक ने किया सी वैसा ही सिख हुण सुन थोड़ी रहे हैं, समझ थोड़ी रहे हैं। अगर समझते ही होंदे तो मुक्त हो जाते। वैसा ही थोड़ी समझा जाता है जैसा परम पुरख कहते। परम पुरख जो जानते हैं ਉਹਨੂੰ ਕਹਿੰਦੇ ਹਨ ਸੰਸਾਰੀ ਭਾਸ਼ਾ ਦੇ ਵਿੱਚ, ਸਮਾਜਿਕ ਭਾਸ਼ਾ ਦੇ ਵਿੱਚ ਜੈਸੀ ਕੋਈ ਭਾਸ਼ਾ ਪ੍ਰਚਲਿਤ ਹੈ ਵੈਸੀ ਭਾਸ਼ਾ ਦੇ ਵਿੱਚ। ਪਰ ਜਿਹੜੇ ਸੁਣਨ ਵਾਲੇ ਹਨ ਉਹ ਉਸੇ ਹੀ ਭਾਸ਼ਾ ਦੇ ਵਿੱਚ ਉਹਨਾਂ ਦੇ ਉਪਦੇਸ਼ਾਂ ਨੂੰ ਅਨੁਵਾਦਿਤ ਕਰਦੇ ਹਨ, ਸਮਝਦੇ ਹਨ। ਕਿਉਂਕਿ ਬੁੱਧੀ ਤੇ ਉਸੇ ਢੰਗ ਨਾਲ ਹੀ ਸਮਝੇਗੀ ਨਾ ਜਿਹੜਾ ਢੰਗ ਉਹਦਾ ਸੰਸਾਰ ਦਾ ਹੈ ਸਮਝਣ ਦਾ। ਤੇ ਵੈਸੇ ਹੀ ਉਹ ਸਮਝਦੀ ਹੈ, ਅਨੁਵਾਦਿਤ ਕਰਦੀ ਹੈ। ਇਹੋ ਹੀ ਫਰਕ ਹੈ। ਅਧਿਆਤਮ ਮਾਰਗ ਨੂੰ ਪਹਿਲਾਂ ਸਮਝਾਇਆ ਜਾਂਦਾ ਹੈ ਤੇ ਕੋਈ ਵਿਰਲਾ ਹੀ ਸਮਝਦਾ ਹੈ। ਫਿਰ ਜਿਹੜਾ ਸਮਝਦਾ ਹੈ ਪਤਾ ਲੱਗ ਜਾਂਦਾ ਹੈ ਵੀ ਇਹ ਹੈ ਵਾਸਤਵਿਕ ਦੇ ਵਿੱਚ ਮਾਰਗ। ਉਹਦੇ ਤੇ ਫਿਰ ਸਾਰੇ ਨਹੀਂ ਚੱਲਦੇ ਹਨ, ਕੋਈ ਵਿਰਲਾ ਚੱਲਦਾ ਹੈ ਕਿਉਂਕਿ ਚੱਲਣਾ ਔਖਾ ਹੈ, ਕਠਿਨ ਹੈ, ਕਿਉਂਕਿ ਮਾਰਗ ਉਲਟਾ ਹੈ। ਤੇ ਜੈਸਾ ਸਮਝਿਆ ਜਾਂਦਾ ਹੈ ਵੈਸਾ ਕਿਹਾ ਨਹੀਂ ਜਾ ਰਿਹਾ ਹੈ। ਹੁਣ ਤੁਸੀਂ ਖਿਆਲ ਕਰੋ, ਪ੍ਰਸ਼ਨ ਜ਼ਿਆਦਾਤਰ ਲਿਖਣ ਵਾਲੇ ਪੁੱਛਣ ਵਾਲੇ ਦੋ ਢੰਗ ਦੇ ਹੁੰਦੇ ਹਨ। ਇੱਕ ਤੇ ਉਹ ਹੁੰਦੇ ਹਨ ਜਿਹੜੇ ਜਣਾਉਂਦੇ ਹਨ ਦੂਸਰੇ ਨੂੰ ਵੀ ਮੈਂ ਕੁਛ ਜਾਣਦਾ ਹਾਂ, ਮੈਨੂੰ ਜਾਣਕਾਰੀ ਹੈ, ਮੈਨੂੰ ਕੁਛ ਪਤਾ ਹੈ। ਤੋ ਉਸ ਜਾਣਕਾਰੀ ਨੂੰ, ਉਸ ਗਿਆਨ ਨੂੰ ਜੋ ਉਹਨੇ ਸਮਝਿਆ ਹੈ, ਜਾਣਿਆ ਹੈ, ਉਹਨੂੰ ਜਣਾਉਣ ਵਾਸਤੇ ਵੀ ਲਿਖਿਆ ਜਾਂਦਾ ਹੈ ਕਿ ਪਤਾ ਲੱਗੇ ਮੈਂ ਕੌਣ ਹਾਂ, ਆਮ ਸਧਾਰਨ ਨਹੀਂ। ਆਪਣੇ ਹੰਕਾਰ ਕਰਕੇ ਪੁੱਛਿਆ ਜਾਂਦਾ ਹੈ। ਤੇ ਕੁਛ ਕੁ ਪ੍ਰਸ਼ਨ ਕਰਤਾ ਐਸੇ ਵੀ ਹਨ ਜਿਹੜੇ ਦੂਸਰੇ ਨੂੰ ਪਰਖਣ ਵਾਸਤੇ ਪੁੱਛਦੇ ਹਨ ਵੀ ਦੂਸਰੇ ਨੂੰ ਕਿੰਨੀ ਕੁ ਸਮਝ ਹੈ, ਉਹਨੂੰ ਕਿੰਨਾ ਕੁ ਗਿਆਨ ਹੈ, ਕਿੰਨੀ ਕੁ ਜਾਣਕਾਰੀ ਹੈ। ਤੋ ਇਸ ਢੰਗ ਦੇ ਨਾਲ ਪੁੱਛਦੇ ਹਨ ਵੀ ਪਤਾ ਲੱਗ ਸਕੇ। ਜਿਵੇਂ ਇਹ
ਲਿਖਿਆ ਹੋਇਆ ਹੈ, ਇੰਗਲਿਸ਼ ਦੇ ਵਿੱਚ, ਅੰਗਰੇਜ਼ੀ ਦੇ ਵਿੱਚ। ਹੁਣ ਮੈਂ ਤੁਹਾਨੂੰ ਸਾਫ਼ ਦੱਸ ਦੇਵਾਂ, ਪਹਿਲਾਂ ਵੀ ਦੱਸਿਆ ਸੀ ਵੀ ਅੰਗਰੇਜ਼ੀ ਮੈਂ ਬਹੁਤਾ ਨਹੀਂ ਪੜ੍ਹਿਆ ਹੋਇਆ ਹਾਂ। ਤੇ ਬਹੁਤੀ ਪੜ੍ਹਨੀ ਨਹੀਂ ਆਉਂਦੀ ਹੈ। ਮੈਂ ਬਹੁਤ ਘੱਟ ਪੜ੍ਹਿਆ ਹੋਇਆ ਤੇ ਬਹੁਤ ਘੱਟ ਸ਼ਬਦ ਜਾਣਦਾ ਹਾਂ। ਜਿੰਨੀ ਕੁ ਬੁੱਧੀ ਵਿਕਸਿਤ ਹੋਈ ਹੈ, ਜਿੰਨੀ ਕੁ ਜਾਣਕਾਰੀ ਹੈ ਇਸ ਬੁੱਧੀ ਨੂੰ, ਉਹ ਸ਼ਬਦਾਂ ਦੀ ਜਾਣਕਾਰੀ ਦੁਆਰਾ ਜੋ ਜਾਣਿਆ ਹੈ ਨਾ, ਉਹਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਖਿਆਲ ਵਿੱਚ ਰੱਖੋ ਇਹ ਗੱਲ ਵੀ ਬੁੱਧੀ ਤੇ ਇਹੋ ਹੀ ਵਰਤਣੀ ਪਵੇਗੀ ਜਿਹੜੀ ਸਰੀਰ ਦੇ ਨਾਲ ਮਿਲੀ ਹੋਈ ਹੈ, ਤੇ ਸਰੀਰ ਦੁਆਰਾ ਹੀ ਇਹ ਵਿਕਸਿਤ ਹੁੰਦੀ। ਇਹੋ ਹੀ ਕਾਰਨ ਹੈ ਵੀ ਜਾਣਨ ਵਾਲਿਆਂ ਨੇ ਤੇ ਇੱਕੋ ਹੀ ਜਾਣਿਆ ਹੈ, ਪਰ ਜੋ ਕਿਹਾ ਹੈ ਵੱਖ-ਵੱਖ ਢੰਗ ਨਾਲ ਕਿਹਾ ਹੈ, ਵੱਖ-ਵੱਖ ਭਾਸ਼ਾ ਵਿੱਚ ਕਿਹਾ ਹੈ, ਕਿਉਂਕਿ ਵੱਖ ਭਾਸ਼ਾ ਜਾਣਨ ਵਾਲੇ ਸਨ, ਵੱਖ-ਵੱਖ ਢੰਗ ਨਾਲ ਪੜ੍ਹੇ ਲਿਖੇ ਸਨ। ਜਿਹੜੇ ਆਮ ਗ੍ਰਾਮੀਣ ਸਨ, ਪਰਮ ਪੁਰਖ ਜਿਵੇਂ ਕਬੀਰ ਜੀ ਹਨ, ਉਹ ਸਾਧਾਰਨ ਭਾਸ਼ਾ ਦਾ ਉਪਯੋਗ ਕਰਦੇ, ਗ੍ਰਾਮੀਣ ਭਾਸ਼ਾ ਦਾ। ਜਿਹੜੇ ਜ਼ਿਆਦਾ ਪੜ੍ਹੇ ਲਿਖੇ ਸਨ, ਵਿਦਵਾਨ ਸਨ, ਜ਼ਿਆਦਾ ਸ਼ਬਦ ਜਾਣਦੇ ਸਨ, ਉਹਨਾਂ ਨੇ ਉਸ ਭਾਸ਼ਾ ਦਾ ਉਪਯੋਗ ਕੀਤਾ। ਕਬੀਰ ਜੀ ਹਿੰਦੀ ਜ਼ਿਆਦਾ ਜਾਣਦੇ ਸਨ, ਹਿੰਦੀ ਦਾ ਉਪਯੋਗ ਕੀਤਾ। ਫਰੀਦ ਜੀ ਪੰਜਾਬੀ ਜਾਣਦੇ ਸਨ, ਉਹਨਾਂ ਨੇ ਪੰਜਾਬੀ ਦਾ ਉਪਯੋਗ ਕੀਤਾ। ਕਿਉਂਕਿ ਜੋ ਜਾਣਦੇ ਹੋ, ਜੋ ਸਿੱਖੀ ਹੈ, ਸਿੱਖੀ ਤੇ ਬੁੱਧੀ ਨਹੀਂ ਹੈ ਨਾ, ਤੇ ਉਸੇ ਬੁੱਧੀ ਦਾ ਹੀ ਉਪਯੋਗ ਕਰਨਾ ਹੈ ਦੂਸਰੇ ਨੂੰ ਸਮਝਾਉਣ ਵਾਸਤੇ, ਜਿਹੜੀ ਸਰੀਰ ਦੇ ਨਾਲ ਲੱਗੀ ਹੋਈ ਹੈ। ਪਰ ਜਾਣਿਆ ਹੈ ਬੁੱਧੀ ਤੋਂ ਪਰੇ, ਬੁੱਧੀ ਤੋਂ ਪਾਰ ਜਿਹੜਾ ਜਾਣਿਆ ਹੈ, ਉਹਨੂੰ ਬੁੱਧੀ ਦੁਆਰਾ ਕਿਹਾ ਜਾਂਦਾ ਹੈ। ਫਿਰ ਜ਼ਰੂਰੀ ਨਹੀਂ ਹੈ ਵੀ ਜਿਹਨੇ ਜਾਣਿਆ ਹੈ ਉਹ ਸਮਝਾ ਵੀ ਸਕੇ। ਮੈਂ ਵਾਰ-ਵਾਰ ਕਹਿਣਾ ਹੁੰਦਾ, ਹੋ ਸਕਦਾ ਉਹ ਪੜ੍ਹਿਆ ਲਿਖਿਆ ਹੀ ਨਾ ਹੋਵੇ ਤੇ ਕੁਛ ਵੀ ਨਾ ਸਮਝਾ ਸਕੇ। ਜਾਣਿਆ ਤੇ ਹੈ ਹੀ ਉਹਨੇ, ਪਰ ਸਮਝਾਉਣ ਵਾਸਤੇ ਸ਼ਬਦ ਨਹੀਂ ਹੈ ਉਹਦੇ ਕੋਲ, ਸਿੱਖੇ ਨਹੀਂ ਹਨ, ਤੇ ਜ਼ਰੂਰੀ ਨਹੀਂ ਹੈ। ਤੇ ਬੁੱਧੀ ਦਾ ਜਿੰਨਾ ਵੀ ਵਿਕਾਸ ਹੁੰਦਾ ਹੈ, ਜੋ ਬੁੱਧੀ ਜਾਣਦੀ ਹੈ, ਜਿਹੜੀ ਭਾਸ਼ਾ ਜਾਣਦੀ ਹੈ, ਉਸੇ ਭਾਸ਼ਾ ਦੁਆਰਾ ਹੀ ਸਮਝਾਇਆ ਜਾਂਦਾ ਹੈ। ਫਿਰ ਬੁੱਧੀ ਦਾ ਵਿਕਾਸ ਹੁੰਦਾ ਹੈ ਸੰਸਾਰ ਵਿੱਚ, ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਹੁਣ ਮੈਂ ਬਹੁਤਾ ਸੰਸਾਰ ਦੇ ਵਿੱਚ ਵਿਚਰਿਆ ਨਹੀਂ ਹਾਂ, ਜ਼ਿਆਦਾ ਸਮਾਂ ਇਕਾਂਤ ਦੇ ਵਿੱਚ ਬਿਤਾਇਆ ਹੈ, ਇਸ ਕਰਕੇ ਬੌਧਿਕ ਵਿਕਾਸ ਸੰਸਾਰਿਕ ਪੱਖ ਤੇ ਘੱਟ ਹੋਇਆ ਹੈ। ਸੰਸਾਰਿਕ ਗੱਲਾਂ ਮੈਂ ਬਹੁਤ ਘੱਟ ਜਾਣਦਾ। ਬਹੁਤ ਪ੍ਰਚਾਰਕ ਬਹੁਤ ਕਰਦੇ ਹਨ, ਬਹੁਤ ਢੰਗਨੀਆਂ ਕਰਦੇ ਹਨ, ਕਿਉਂਕਿ ਸਮਾਜ 'ਚ ਵਿਚਰਦੇ ਹਨ, ਪੜ੍ਹੇ ਲਿਖੇ ਹਨ, ਕਈ ਬਹੁਤ ਵਿਦਵਾਨ ਹਨ ਤੇ ਬੜੇ ਸ਼ਬਦ ਜਾਣਦੇ ਹਨ। ਤੇ ਜਿੰਨੀ ਵੀ ਬੁੱਧੀ ਸੰਸਾਰ ਦੇ ਵਿੱਚ ਚੱਲੇਗੀ, ਉਨੀ ਹੀ ਜ਼ਿਆਦਾ ਕੰਮ ਕਰੇਗੀ ਨਾ, ਸੰਸਾਰਿਕ ਪੱਖ ਤੇ ਵਿਕਸਿਤ ਹੋਵੇਗੀ। ਤੇ ਮੇਰੇ ਨਾਲ ਤੇ ਬਹੁਤਿਆਂ ਦੀ ਵਿਕਸਿਤ ਹੋਵੇਗੀ ਬੁੱਧੀ, ਤੁਹਾਡੇ ਸੁਣਨ ਵਾਲਿਆਂ ਦੀ ਵੀ ਬਹੁਤੀ ਹੋਵੇਗੀ, ਹੈ ਹੀ ਬਹੁਤਿਆਂ ਦੀ, ਮੈਂ ਮੰਨਦਾ ਹਾਂ। ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋ, ਬਹੁਤ ਪੜ੍ਹੇ ਲਿਖੇ ਹਨ ਜਿਹੜੇ ਸੁਣਨ ਵਾਲੇ ਹਨ, ਸਮਝਦਾਰ ਹਨ, ਬੜੀ ਬੁੱਧੀ ਵਿਕਸਿਤ ਹੋਈ ਹੈ। ਤੇ ਮੇਰੇ ਨਾਲ ਤੇ ਬੁੱਧੀ ਦੇ ਤਲ ਤੇ ਤੁਸੀਂ ਬਹੁਤ ਜ਼ਿਆਦਾ ਅੱਗੇ ਹੋ, ਖਿਆਲ ਵਿੱਚ ਰੱਖੋ।
ਤੇ ਇਹ ਜਿਹੜੀ ਬੁੱਧੀ ਹੈ ਨਾ, ਜੋ ਜਾਣਦੀ ਹੈ, ਜਿੰਨਾ ਕੁ ਜਾਣਦੀ ਹੈ, ਜਿੰਨਾ ਕੁ ਸਮਝਦੀ ਹੈ, ਉਸੇ ਹੀ ਸਮਝ ਦਾ ਉਪਯੋਗ ਕਰਨਾ ਪੈਂਦਾ ਹੈ। ਉਹ ਜੋ ਜਾਣਿਆ ਹੈ ਉਹਨੂੰ ਸਮਝਾਉਣ ਵਾਸਤੇ ਫਿਰ ਵੀ ਖਿਆਲ ਵਿੱਚ ਰੱਖਣ ਯੋਗ ਹੈ। ਭਾਵੇਂ ਜਿੰਨਾ ਮਰਜ਼ੀ ਸਮਝਦਾਰ ਬੰਦਾ ਹੋ ਜਾਵੇ ਬੌਧਿਕ ਤਲ ਤੇ, ਫਿਰ ਵੀ ਬੁੱਧੀ ਉਹਨੂੰ ਸ਼ਬਦਾਂ ਦੇ ਵਿੱਚ ਤੁਹਾਨੂੰ ਨਹੀਂ ਸਮਝਾ ਸਕਦੀ। ਉਹਨੂੰ ਬੁੱਧੀ ਦੁਆਰਾ ਸਮਝਾਉਣਾ ਔਖਾ ਹੈ, ਨਾ ਉਹ ਸ਼ਬਦਾਂ ਦੀ ਪਕੜ 'ਚ ਆਉਂਦਾ ਹੈ। ਇਹੋ ਹੀ ਕਿਹਾ ਹੈ ਨਾ, ਅਗਾਧ ਬੋਧ ਹੈ, ਅਗਮ ਅਗੋਚਰ ਹੈ, ਅਕਥ ਨਾ ਕਥਨਾ ਜਾਈ। ਉਹ ਨਹੀਂ ਕਥਨ ਕੀਤਾ ਜਾ ਸਕਦਾ, ਭਾਵ ਕਿ ਉਹ ਬੁੱਧੀ ਦੀ ਪਕੜ 'ਚ ਨਹੀਂ ਆਉਂਦਾ ਹੈ। ਜੋ ਜਾਣਿਆ ਜਾਂਦਾ ਹੈ, ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਕਹਿਣ ਦੀ, ਪਰ ਫਿਰ ਵੀ ਉਹ ਕਿਹਾ ਨਹੀਂ ਜਾ ਸਕਦਾ, ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ ਹੈ। ਬੁੱਧੀ ਸੀਮਤ ਹੈ, ਖਿਆਲ ਵਿੱਚ ਰੱਖੋ। ਬੁੱਧੀ ਸਰੀਰ ਦਾ ਅੰਗ ਹੈ। ਫਿਰ ਬੁੱਧੀ ਅਲੱਗ-ਅਲੱਗ ਢੰਗ ਨਾਲ ਵਿਕਸਿਤ ਹੁੰਦੀ ਹੈ। ਹੁਣ ਜਦੋਂ ਕਿਹਾ ਜਾਂਦਾ ਹੈ ਨਾ ਵੀ ਤੁਹਾਡੇ ਤੇ ਚੋਟ ਕਰਨੀ ਹੈ, ਤੁਹਾਨੂੰ ਮਿਟਾਉਣਾ ਹੈ, ਤੇ ਤੁਸੀਂ ਸੋਚ ਲੈਂਦੇ ਹੋ ਵੀ ਜਿਹੜਾ ਮਿਟਾਉਣ ਵਾਲਾ ਹੈ ਉਹ ਸਾਡੇ ਨੂੰ ਜ਼ਿਆਦਾ ਗਿਆਨਵਾਨ ਹੋਵੇਗਾ, ਸਮਝਦਾ ਹੋਵੇਗਾ। ਵੀ ਸਾਈਂ ਹੀ ਬੁੱਧੂ ਹੀ ਆ, ਬੇਸਮਝੀ, ਸਾਡੇ ਤੇ ਚੋਟ ਕਰਨੀ, ਅਸੀਂ ਔਗਣ ਆ ਰਹੇ ਹਾਂ ਤੇ ਉਹਦੇ 'ਚ ਸਾਰੇ ਗੁਣ ਹੋਣਗੇ। ਤੁਸੀਂ ਉਲਟਾ ਸੋਚਦੇ ਹੋ। ਇਹੋ ਮੈਂ ਕਹਿ ਰਿਹਾ ਨਾ ਵੀ ਜੋ ਕਿਹਾ ਜਾਂਦਾ ਹੈ ਸਮਝਿਆ ਨਹੀਂ ਜਾਂਦਾ। ਜਦੋਂ ਕਿਹਾ ਜਾਂਦਾ ਹੈ ਚੋਟ ਕਰਨੀ ਹੈ, ਤੁਹਾਡੀ ਮੈਂ ਨੂੰ ਮਿਟਾਉਣਾ ਹੈ, ਅਹੰਕਾਰ ਨੂੰ ਮਿਟਾਉਣਾ ਹੈ, ਉਹੋ ਹੀ ਬਿਮਾਰੀ ਹੈ। ਤੇ ਤੁਸੀਂ ਆਪਣੇ ਆਪ ਨੂੰ ਦੀਨਹੀਨ ਸਮਝਣ ਲੱਗ ਜਾਂਦੇ ਹੋ ਵੀ ਸਾਨੂੰ ਦੀਨਹੀਨ ਬਣਾਇਆ ਜਾ ਰਿਹਾ ਹੈ, ਮਿਟਾਇਆ ਜਾ ਰਿਹਾ ਹੈ। ਅਸੀਂ ਕੁਛ ਵੀ ਨਹੀਂ ਹੋਏ, ਅਸੀਂ ਇੰਨੇ ਸਮਝਦਾਰ। ਤੁਸੀਂ ਆਪਣੀ ਸਮਝ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਹੋ। ਤੇ ਸਮਝ ਦੇ ਨਾਲ ਜੋੜ ਕੇ ਹੀ ਤੁਸੀਂ ਸੰਕੀਰਣ ਹੁੰਦੇ ਹੋ। ਖਿਆਲ ਵਿੱਚ ਰੱਖੋ, ਇਹੋ ਹੀ ਕਾਰਨ ਹੈ ਆ ਧਾਰਮਿਕ ਵਿਅਕਤੀ ਜੋ ਕਹਿੰਦੇ ਹਨ ਪਰਮ ਪੁਰਖਾਂ ਬਾਰੇ, ਉਹ ਵੀ ਬੌਧਿਕ ਤਲ ਤੇ ਹੀ ਸੋਚਦੇ ਹਨ। ਉਹ ਸੋਚਦੇ ਹਨ ਆਮ ਧਾਰਮਿਕ ਲੋਕ ਵੀ ਜਿਹੜੇ ਪਰਮ ਪੁਰਖ ਹਨ, ਬ੍ਰਹਮ ਗਿਆਨੀ, ਉਹ ਸਾਰਾ ਕੁਝ ਹੀ ਜਾਣਦੇ ਹਨ। ਤੋ ਸਿੱਧ ਵੀ ਕਰਦੇ ਹਨ, ਪ੍ਰਮਾਣ ਵੀ ਦਿੰਦੇ ਹਨ। ਦੇਖੋ ਬਾਬੇ ਨਾਨਕ ਨੇ ਲੱਖ ਆਕਾਸ਼ਾਂ ਆਕਾਸ਼, ਲੱਖ ਪਾਤਾਲਾਂ ਪਾਤਾਲ, ਕਿੰਨੇ ਸਾਲ ਪਹਿਲਾਂ ਕਹਿ ਦਿੱਤਾ, ਵਿਗਿਆਨਕਾਂ ਨੂੰ ਹੁਣ ਪਤਾ ਲੱਗਾ। ਇਹ ਬਹੁਤ ਹੀ ਸਿੱਧ ਕਰਦੇ ਹਨ ਲੋਕ ਤੇ ਸਾਡੇ ਗੁਰੂਆਂ ਨੂੰ ਸਾਰਾ ਕੁਝ ਹੀ ਪਤਾ ਸੀ। ਜਿਹੜਾ ਪਰਮ ਪੁਰਖ ਹੁੰਦਾ ਹੈ, ਖਿਆਲ ਵਿੱਚ ਰੱਖਣ ਯੋਗ, ਉਹਨੂੰ ਭੌਤਿਕ ਗਿਆਨ ਨਾਲ ਕੋਈ ਲੈਣਾ ਦੇਣਾ ਥੋੜ੍ਹੀ ਹੈ। ਅਗਰ ਵਾਸਤਵਿਕ ਦੇ ਵਿੱਚ ਉਹਨਾਂ ਨੂੰ ਭੌਤਿਕ ਗਿਆਨ ਹੁੰਦਾ, ਸੰਸਾਰਿਕ ਗਿਆਨ ਹੁੰਦਾ, ਤਾਂ ਕੋਈ ਆਵਿਸ਼ਕਾਰ ਕਰਦੇ। ਕਿਸੇ ਵੀ ਜਾਗਰਤ ਪੁਰਸ਼ ਨੇ, ਪਰਮ ਪੁਰਸ਼ ਨੇ ਕੋਈ ਆਵਿਸ਼ਕਾਰ ਕੀਤਾ ਹੈ? ਦੱਸੋ ਤੁਸੀਂ, ਕੋਈ ਬਿਜਲੀ ਦੇ ਖੋਜ ਕੇ ਦੱਸਿਆ ਹੋਵੇ ਵੀ ਬਿਜਲੀ ਇਸ ਢੰਗ ਨਾਲ ਬਣਦੀ, ਜਾਂ ਹਵਾਈ ਜਹਾਜ਼ ਇਸ ਢੰਗ ਨਾਲ ਉੱਡ ਸਕਦੇ, ਕੋਈ ਵੀ ਕੀਤਾ ਹੈ ਐਸਾ?
ਇਹੋ ਹੀ ਮੈਂ ਕਹਿ ਰਿਹਾ ਹਾਂ ਨਾ, ਕਿ ਸੰਸਾਰੀ ਆਦਮੀ ਪਰਮ ਪੁਰਖ ਨੂੰ ਵੀ ਆਪਣੀ ਭਾਸ਼ਾ ਦੁਆਰਾ ਸੋਚਦਾ ਹੈ। ਉਹਨਾਂ ਨੂੰ ਭੌਤਿਕ ਗਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਸਗੋਂ ਭੌਤਿਕ ਗਿਆਨ ਉਹਨਾਂ ਨੂੰ ਬਿਲਕੁਲ ਹੀ ਘਟ ਜਾਂਦਾ ਹੈ, ਕਿਉਂਕਿ ਉਹ ਧਿਆਨ ਹੀ ਨਹੀਂ ਦਿੰਦੇ ਹਨ, ਸੰਸਾਰ ਵਿੱਚ ਰੁਚੀ ਨਹੀਂ ਹੁੰਦੀ ਹੈ। ਸੰਸਾਰਿਕ ਗਿਆਨ ਤੇ ਉਹਨੂੰ ਹੁੰਦਾ ਹੈ ਜਿਹਨੂੰ ਰੁਚੀ ਹੋਵੇ ਸੰਸਾਰ ਦੇ ਵਿੱਚ ਕੁਝ ਕਰਨ ਦੀ, ਕੁਝ ਪਾਉਣ ਦੀ, ਕੁਝ ਹਾਸਲ ਕਰਨ ਦੀ, ਕੁਝ ਦਿਖਾਉਣ ਦੀ, ਉਹਨੂੰ ਹੁੰਦਾ ਹੈ। ਜਿਹੜੇ ਸੰਸਾਰ ਦੇ ਵਿੱਚ ਆਵਿਸ਼ਕਾਰ ਕਰਦੇ ਹਨ ਵਿਗਿਆਨਿਕ, ਉਹਨਾਂ ਨੂੰ ਜ਼ਿਆਦੀ ਜਾਣਕਾਰੀ ਹੈ ਸੰਸਾਰ ਦੀ। ਉਹਨਾਂ ਦਾ ਸੰਸਾਰਿਕ ਤਲ ਦੀ ਜਿਹੜੀ ਬੁੱਧੀ ਹੈ ਉਹਦਾ ਵਿਕਾਸ ਬਹੁਤ ਹੈ। ਸਗੋਂ ਅਧਿਆਤਮ ਪੁਰਸ਼ ਜਿਹੜਾ ਹੈ ਨਾ, ਉਹ ਸੰਸਾਰਿਕ ਤਲ ਤੇ ਜੋ ਵਿਕਾਸ ਹੈ ਉਹਦੇ ਵਿੱਚ ਹਿੱਸਾ ਨਹੀਂ ਬਹੁਤਾ ਪਾਉਂਦਾ ਹੈ, ਇਸ ਕਰਕੇ ਵਿਕਸਿਤ ਨਹੀਂ ਹੁੰਦੀ ਹੈ ਉਹਦੀ ਬੁੱਧੀ ਸੰਸਾਰ ਦੇ ਤਲ। ਸੰਸਾਰ ਭੌਤਿਕ ਗਿਆਨ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ, ਗੱਲ ਖਿਆਲ ਵਿੱਚ ਰੱਖੋ। ਅਗਰ ਹੁੰਦਾ ਤੇ ਕਬੀਰ ਜੀ ਹੱਥ ਦੇ ਨਾਲ ਹੀ ਕੱਪੜਾ ਬੁਣਦੇ ਰਹਿੰਦੇ, ਉਦੋਂ ਮਸ਼ੀਨ ਨਾ ਲਾ ਲੈਂਦੇ ਉੱਤੇ ਕੋਈ ਕੱਪੜਾ ਬੁਣਨ ਵਾਲੇ, ਹੱਥ ਦੇ ਨਾਲ ਹੀ ਬੁਣਦੇ ਰਹੇ। ਤੇ ਸੰਸਾਰਿਕ ਗਿਆਨ ਦੁਆਰਾ ਪਰਮ ਪੁਰਖਾਂ ਨੂੰ ਨਹੀਂ ਤੋਲਿਆ ਜਾਂਦਾ। ਹਾਂ, ਬਾਬੇ ਨਾਨਕ ਨੇ ਉਸ ਸਮੇਂ ਜਿਹੜੇ ਸੁਣਨ ਵਾਲੇ ਸੀ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਲੱਖਾਂ ਹੀ ਆਕਾਸ਼ ਹਨ, ਲੱਖਾਂ ਹੀ ਪਾਤਾਲ ਹਨ, ਤੇ ਬਹੁਤੇ ਟੋਲ ਟੋਲ ਕੇ ਥੱਕ ਗਏ ਹਨ, ਲੱਭ ਲੱਗ ਅੰਤ ਪਾਉਂਦੇ ਹਨ, ਪਰ ਉਹ ਬੇਅੰਤ ਦਾ ਅੰਤ ਨਹੀਂ ਪੈ ਸਕਦਾ, ਕਿਉਂਕਿ ਉਹ ਬੇਅੰਤ ਹੈ, ਅਸੀਮ ਹੈ। ਤੇ ਉਹਨਾਂ ਨੇ ਅਸੀਮ ਕਹਿਣ ਵਾਸਤੇ ਇਹਨਾਂ ਸ਼ਬਦਾਂ ਦਾ ਉਪਯੋਗ ਕੀਤਾ ਸੀ। ਤੇ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਕਿ ਸੰਸਾਰਿਕ ਗਿਆਨ, ਇਹ ਜੋ ਸਰੀਰ ਦੇ ਨਾਲ ਬੁੱਧੀ ਲੱਗੀ ਹੋਈ ਹੈ ਨਾ, ਇਹਨੂੰ ਉਪਯੋਗ ਕਰਕੇ ਹੁੰਦਾ ਹੈ, ਪਰ ਅਧਿਆਤਮਿਕ ਗਿਆਨ ਇਸ ਬੁੱਧੀ ਨੂੰ ਛੱਡ ਕੇ ਹੁੰਦਾ ਹੈ, ਉਹ ਉਲਟਾ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਤੇ ਸੰਸਾਰਿਕ ਗਿਆਨ ਤੇ ਇਸ ਬੁੱਧੀ ਦੁਆਰਾ ਹੋਵੇਗਾ, ਤੇ ਜਿੰਨਾ ਕੋਈ ਹਾਸਲ ਕਰਨਾ ਚਾਹੇਗਾ ਉਹਨਾਂ ਕਰੇਗਾ। ਫਿਰ ਵੀ ਹਰ ਇੱਕ ਦੀ ਅਲੱਗ ਅਲੱਗ क्षमता ਹੋਵੇਗੀ ਬੁੱਧੀ ਦੀ ਵੀ। ਕਿਸੇ ਦਾ ਬੁੱਧੀ ਦਾ ਵਿਕਾਸ ਜ਼ਿਆਦਾ ਹੋ ਜਾਂਦਾ ਹੈ, ਕਿਸੇ ਦਾ ਘੱਟ ਹੋ ਜਾਂਦਾ ਹੈ। ਕਈਆਂ ਨੂੰ ਸਰੀਰਕ ਪ੍ਰੋਬਲਮ ਹੁੰਦੀ ਹੈ, ਸਮੱਸਿਆ ਹੁੰਦੀ ਹੈ ਜਮਾਂਦਰੂ, ਉਹਨਾਂ ਦਾ ਬੁੱਧੀ ਦਾ ਵਿਕਾਸ ਹੁੰਦਾ ਹੀ ਨਹੀਂ। ਤੇ ਉਹਨਾਂ ਦਾ ਕਸੂਰ ਨਹੀਂ, ਕੋਈ ਬੁੱਧੀ ਘੱਟ ਹੈ ਉਹਦਾ ਕਸੂਰ ਥੋੜ੍ਹੀ ਹੈ, ਕੋਈ ਕਿਸੇ ਦੀ ਵੱਧ ਹੈ ਉਹ ਹੰਕਾਰੀ ਬਣ ਜਾਂਦਾ। ਇਹ ਤੇ ਕੁਦਰਤੀ ਹੈ, ਨੈਚੁਰਲ ਹੈ। ਕਿਸੇ ਦਾ ਸਰੀਰਕ ਵਿਕਾਸ ਚੰਗੇ ਢੰਗ ਨਾਲ ਹੋ ਗਿਆ ਤੇ ਬੌਧਿਕ ਵਿਕਾਸ ਵੀ ਚੰਗੇ ਢੰਗ ਨਾਲ ਹੋ ਜਾਂਦਾ, ਕਿਸੇ ਦਾ ਨਹੀਂ ਵੀ ਹੁੰਦਾ। ਕੋਈ ਬਿਮਾਰੀ ਲੱਗ ਜਾਂਦੀ ਤਾਂ ਹੁਣ ਉਹਦਾ ਕਸੂਰ ਹੈ, ਉਹਨੂੰ ਹੁਣ ਬੁੱਧੀਹੀਣ ਕਹੋ। ਇੱਧਰ ਇਹ ਥੋੜ੍ਹੀ ਕਿਹਾ ਜਾ ਰਿਹਾ ਹੈ ਤੁਸੀਂ ਬੁੱਧੀਹੀਣ ਹੋ ਜਾਓਗੇ ਜਾਂ ਬੁੱਧੀਹੀਣ ਕਰਨਾ ਹੈ ਤੁਹਾਨੂੰ। ਨਹੀਂ, ਤੁਸੀਂ ਗੱਲ ਸਮਝ ਹੀ ਨਹੀਂ ਰਹੇ ਹੋ। ਇਹੋ ਹੀ ਕਿਹਾ ਜਾ ਰਿਹਾ ਨਾ, ਤੁਸੀਂ ਹੋਰ ਢੰਗ ਨਾਲ ਸਮਝ ਰਹੇ ਹੋ। ਦਰਅਸਲ ਗੱਲ ਉਲਟੀ ਹੈ, ਖਿਆਲ ਵਿੱਚ ਰੱਖੋ। ਜਿਵੇਂ ਪਿੱਛੇ ਇੱਕ ਸ਼ਬਦ ਦੇ ਭਾਵ ਨੂੰ ਤੁਸੀਂ ਸਮਝ ਰਹੇ ਸੀ ਨਾ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਅਕਸ਼ਰ
ਰਾਜ ਬਿਰਛੁਤ ਦੁਖ ਪਾਇਆ ਸੋਗਤ ਪਈ ਹਮਾਰੀ। ਤੁਸੀਂ ਬੁੱਧੀ ਦੇ ਨਾਲ ਜੁੜ ਕੇ ਸੰਕੀर्ण ਹੋ ਜਾਂਦੇ ਹੋ, ਤੁਸੀਂ ਭਿਖਾਰੀ ਬਣ ਜਾਂਦੇ ਹੋ, ਤੁਸੀਂ ਭਿਖਾਰੀ ਬਣੇ ਹੋਏ ਹੋ। ਤੁਹਾਡੇ ਭਿਖਾਰੀਪਣ ਤੋਂ ਤੁਹਾਨੂੰ ਮੁਕਤੀ ਦਿਵਾਉਣੀ ਹੈ। ਦਰਅਸਲ ਮੈਂ ਇੱਧਰੋਂ ਤੁਹਾਨੂੰ ਸਮਰਾਟ ਦੇਖ ਰਿਹਾ ਹਾਂ। ਮੈਂ ਕਹਿ ਰਿਹਾ ਹਾਂ ਤੁਸੀਂ ਸਮਰਾਟ ਹੋ, ਤੇ ਤੁਹਾਡਾ ਭਿਖਾਰੀਪੁਣਾ ਮਿਟਾਉਣਾ ਹੈ। ਉਹ ਹੰਕਾਰ ਜਿਹੜਾ ਹੈ, ਮੈਂ ਭਾਵ ਉਹ ਬੁੱਧੀ ਦੇ ਨਾਲ ਜੁੜ ਗਿਆ। ਬੁੱਧੀ ਤੇ ਸੀਮਤ ਹੈ। ਫਿਰ ਜਿੰਨੀ ਸੀਮਤ ਹੁੰਦੀ ਜਾਂਦੀ ਹੈ ਉਨੇ ਹੀ ਤੁਸੀਂ ਅਸਤਿਤਵ ਨਾਲੋਂ ਟੁੱਟ ਰਹੇ ਹੋ, ਟੁੱਟਦੇ ਜਾਂਦੇ ਹੋ। ਤੁਸੀਂ ਖਿਆਲ ਕਰੋ, ਸਮਝਣ ਦੀ ਕੋਸ਼ਿਸ਼ ਕਰੋ, ਸ਼ਾਇਦ ਤੁਹਾਡੇ ਖਿਆਲ ਵਿੱਚ ਆ ਸਕੇ ਵੀ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ, ਸਮਝਾਇਆ ਜਾਂਦਾ ਹੈ ਵੀ ਤੁਸੀਂ ਇਸ ਜਾਤ ਦੇ ਹੋ, ਤੁਹਾਡੀ ਜਾਤ ਸ੍ਰੇਸ਼ਟ ਹੈ, ਉੱਤਮ ਹੈ, ਤੁਸੀਂ ਉਸ ਜਾਤ ਨੂੰ ਆਪਣੇ ਨਾਲ ਜੋੜ ਲੈਂਦੇ ਹੋ। ਦੂਸਰੀਆਂ ਜਾਤਾਂ ਨਾਲੋਂ ਟੁੱਟ ਗਏ ਤੁਸੀਂ ਇੱਕ ਜਾਤੀ ਦੇ ਹੋਗੇ। ਫਿਰ ਤੁਹਾਨੂੰ ਧਰਮ ਬਾਰੇ ਸਮਝਾਇਆ ਜਾਂਦਾ ਹੈ, ਧਰਮ ਤੁਹਾਡਾ ਸ੍ਰੇਸ਼ਟ ਹੈ, ਤੁਹਾਡਾ ਇਹ ਧਰਮ ਹੈ, ਤੁਸੀਂ ਸਿੱਖ ਹੋ ਜਾਂ ਹਿੰਦੂ ਹੋ, ਤੇ ਤੁਸੀਂ ਦੂਸਰੇ ਧਰਮਾਂ ਨਾਲੋਂ ਟੁੱਟ ਗਏ, ਸੰਕੀर्ण ਹੋ ਗਏ। ਇੱਦਾਂ ਹੀ ਸੰਕੀर्ण ਹੁੰਦਾ ਹੈ ਨਾ ਆਦਮੀ। ਦੂਸਰਿਆਂ ਨਾਲੋਂ ਟੁੱਟ ਗਏ, ਤੁਸੀਂ ਸੰਕੀर्ण ਹੋ ਗਏ, ਸੀਮਤ ਹੋ ਗਏ। ਫਿਰ ਤੁਹਾਡਾ ਇਹ ਘਰ ਹੈ, ਦੂਸਰੇ ਘਰਾਂ ਨੂੰ ਭਿੰਨ ਹੈ ਤੁਸੀਂ। ਫਿਰ ਤੁਸੀਂ ਇੱਕ ਪਿਤਾ ਹੋ, ਦੂਸਰੇ ਪਿਤਾ ਨੂੰ ਭਿੰਨ ਹੋ। ਤੁਸੀਂ ਮਾਤਾ ਹੋ, ਤੁਸੀਂ ਇੱਕ ਭਰਾ ਹੋ। ਤੁਸੀਂ ਆਪਣੇ ਆਪ ਨੂੰ ਸੀਮਤ ਕਰਦੇ ਜਾਂਦੇ ਹੋ ਇਹਨਾਂ ਚੀਜ਼ਾਂ ਦੇ ਨਾਲ ਜੋੜ ਜੋੜ ਕੇ। ਮੈਂ ਨੂੰ ਆਪਣੀ ਨੂੰ ਸੀਮਤ ਕਰਦੇ ਹੋ। ਜਿੰਨੀ ਜ਼ਿਆਦਾ ਸੀਮਤ ਹੋ ਜਾਂਦੀ ਹੈ ਮੈਂ, ਓਨੇ ਹੀ ਤੁਸੀਂ ਅਸਤਿਤਵ ਨਾਲੋਂ ਟੁੱਟ ਜਾਂਦੇ ਹੋ। ਜਿੱਦਾਂ ਲਹਿਰ ਸਾਗਰ ਦੇ ਵਿੱਚ ਉੱਠੀ ਹੈ ਤੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਅਲੱਗਾ ਕਰ ਰਹੀ ਹੋਵੇ ਵੀ ਆਹ ਦੂਸਰੇ ਧਰਮਾਂ ਦੀਆਂ ਲਹਿਰਾਂ ਹਨ, ਇਹਨਾਂ ਨੂੰ ਮੈਂ ਸ੍ਰੇਸ਼ਟ ਹਾਂ। ਆਹ ਦੂਸਰੇ ਮਜ਼ਹਬਾਂ ਦੀਆਂ ਲਹਿਰਾਂ ਹਨ, ਇਹਨਾਂ ਨੂੰ ਮੈਂ ਸ੍ਰੇਸ਼ਟ ਹਾਂ। ਇੱਦਾਂ ਫਿਰ ਹੋਰ ਆਦਮੀ ਸੰਕੀर्ण ਕਰਦਾ ਹੈ ਜਿੰਨਾ ਹੰਕਾਰੀ ਹੁੰਦਾ ਹੈ। ਉਹ ਕਹਿੰਦਾ ਹੈ ਮੈਂ ਦੂਸਰਿਆਂ ਨਾਲੋਂ ਵਿਸ਼ਿਸ਼ਟ ਹਾਂ, ਸ੍ਰੇਸ਼ਟ ਹਾਂ, ਉੱਤਮ ਹੈ, ਤੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਤੋ ਸਾਰਿਆਂ ਨਾਲੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ, ਅਸਤਿਤਵ ਨਾਲੋਂ ਟੁੱਟਦਾ ਹੈ। ਹੁਣ ਜਿਹੜਾ ਕਹਿੰਦਾ ਹੈ ਵੀ ਮੈਂ ਸਾਰਿਆਂ ਨਾਲੋਂ ਸ੍ਰੇਸ਼ਟ ਹਾਂ, ਮੇਰੇ ਵਰਗਾ ਕੋਈ ਨਹੀਂ ਹੋਇਆ ਅਜੇ ਤੱਕ, ਮੈਂ ਜੋ ਕੰਮ ਕੀਤੇ ਕਿਸੇ ਨੇ ਨਹੀਂ ਕੀਤੇ, ਮੈਂ ਮਹਾਨ ਹਾਂ, ਮੇਰੇ ਵਰਗਾ ਕੋਈ ਨਹੀਂ ਹੈ, ਹੋ ਨਹੀਂ ਸਕਦਾ ਹੈ। ਇਹ ਆਪਣੇ ਆਪ ਨੂੰ ਬਿਲਕੁਲ ਸੰਕੀर्ण ਕਰ ਰਿਹਾ ਹੈ, ਕਿਉਂਕਿ ਇਹ ਸਾਰਿਆਂ ਨਾਲੋਂ ਪਰਥਕ ਹੋ ਗਿਆ, ਅਲੱਗਾ ਹੋ ਗਿਆ, ਸਾਰਿਆਂ ਨਾਲੋਂ ਟੁੱਟ ਗਿਆ। ਆਪਣੀ ਹਉ ਇਹਨੇ ਅਲੱਗਾ ਬਣਾ ਲਈ, ਇਕਾਈ ਅਲੱਗਾ ਬਣਾ ਲਈ, ਇਹ ਸਥਿਤੀ ਨਾਲੋਂ ਟੁੱਟ ਗਿਆ। ਇਹ ਕਹਿੰਦਾ ਹੈ ਮੇਰੇ ਵਰਗਾ ਕੋਈ ਪ੍ਰਧਾਨ ਮੰਤਰੀ ਨਹੀਂ ਹੈ, ਮੈਂ ਸ੍ਰੇਸ਼ਟ ਹਾਂ। ਉਹ ਫਿਰ ਸ੍ਰੇਸ਼ਟਤਾ ਨੂੰ ਬਚਾਉਣ ਵਾਸਤੇ ਫਿਰ ਕੋਸ਼ਿਸ਼ ਵੀ ਕਰਨੀ ਪੈਂਦੀ ਹੈ, ਉਹ ਇਕਾਈ ਨੂੰ ਬਚਾਉਣ ਵਾਸਤੇ ਵੀ ਇਹ ਸ੍ਰੇਸ਼ਟ ਮੈਂ ਬਣਿਆ ਹੀ ਰਵਾਂ ਸਦਾ ਵਾਸਤੇ, ਸਾਰਿਆਂ ਤੋਂ ਵੱਖ, ਸਾਰਿਆਂ ਤੋਂ ਉੱਪਰ, ਸਾਰਿਆਂ ਤੋਂ ਸ੍ਰੇਸ਼ਟ ਦਿਖਦਾ ਰਵਾਂ। ਤਾਂ ਉਹ ਇੱਕ ਸੰਕੀर्ण ਇਕਾਈ ਦੇ ਵਿੱਚ, ਜਿਵੇਂ ਕਹਿ ਲਈਏ ਇੱਕ ਡੱਬੇ ਦੇ ਵਿੱਚ ਬੰਦ ਹੋ ਗਈ, ਛੋਟੇ ਜਿਹੇ 'ਚ ਬੁੱਧੀ ਦੇ ਵਿੱਚ ਬੰਦ ਹੋ ਗਈ। ਅਸੀਮ ਨਾਲੋਂ ਸੰਬੰਧ ਟੁੱਟ ਗਿਆ, ਹੰਕਾਰੀ ਹੋ ਗਿਆ। ਹੰਕਾਰ ਇਹਨੂੰ ਕਹਿੰਦੇ ਹਨ, ਸ੍ਰੇਸ਼ਟਤਾ ਦਾ ਹੰਕਾਰ। ਉਹ ਧਨ ਕਰਕੇ ਹੋਵੇ, ਪ੍ਰਭਤਾ ਕਰਕੇ ਹੋਵੇ, ਮਾਣ ਕਰਕੇ ਹੋਵੇ, ਮੈਂ ਸਾਰਿਆਂ ਨੂੰ ਸ੍ਰੇਸ਼ਟ, ਜਾਂ ਸੁੰਦਰਤਾ ਕਰਕੇ ਮੈਂ ਸਾਰਿਆਂ ਨੂੰ ਸੁੰਦਰ ਹਾਂ, ਕੋਈ ਇਸਤਰੀ ਸਮਝ ਲਵੇ, ਤੇ ਬਾਕੀ ਸਾਰਿਆਂ ਨੂੰ ਇਸਤਰੀਆਂ ਨਾਲੋਂ ਸੰਬੰਧ ਟੁੱਟ ਗਿਆ ਉਹਦਾ। ਮੈਂ ਹੀ ਸਾਰਿਆਂ ਨੂੰ ਸ੍ਰੇਸ਼ਟ, ਸੁੰਦਰ, ਦੇਖੋ ਹੈ ਮੇਰੇ ਨਾਲ ਦੀ ਕੋਈ, ਇਕਾਈ ਹੋ ਗਈ ਨਾ, ਸੰਕੀर्ण ਹੋ ਗਈ। ਇਹੋ ਹੀ ਹੈ ਨਾ ਸੰਕੀर्ण ਹੋ ਜਾਣਾ।
मैं सारिਆਂ ਨੂੰ ਸਮਝਦਾਰ ਹਾਂ, ਮੇਰੇ ਵਰਗਾ ਕੋਈ ਸਮਝਦਾਰ ਨਹੀਂ, ਤੇ ਤੁਸੀਂ ਸੰਕੀर्ण ਹੋ ਗਏ। ਤੁਸੀਂ ਉਹ ਬੁੱਧੀ ਦੇ ਨਾਲ ਜੁੜ ਗਏ ਜਿਹੜੀ ਇੱਕ ਛੋਟੇ ਜਿਹੇ ਸਰੀਰ ਦੇ ਨਾਲ ਲੱਗੀ ਹੋਈ। ਤੁਸੀਂ ਛੋਟੇ ਜਿਹੀ ਇਕਾਈ ਦੇ ਵਿੱਚ ਬੰਦ ਹੋ ਗਏ। ਮੇਰੇ ਵਰਗਾ ਗਿਆਨਵਾਨ ਕੋਈ ਨਹੀਂ, ਕੋਈ ਵੀ ਨਹੀਂ ਹੈ ਦੁਨੀਆ ਦੇ ਵਿੱਚ। ਤੇ ਤੁਸੀਂ ਹੋਰ ਸੀਮਤ ਹੋ ਗਏ, ਹੋਰ ਹੰਕਾਰੀ ਹੋ ਗਏ, ਹੋਰ ਇੱਕ ਛੋਟੀ ਜਿਹੀ ਇਕਾਈ ਦੇ ਵਿੱਚ ਅਸੀਮ ਨਾਲੋਂ ਸੰਬੰਧ ਟੁੱਟ ਗਿਆ ਤੁਹਾਡਾ। ਤੇ ਜਿੰਨਾ ਟੁੱਟੇਗਾ ਅਸੀਮ ਨਾਲ ਸੰਬੰਧ, ਉਹਨਾਂ ਤੁਸੀਂ ਦੁਖੀ ਹੋਵੋਗੇ, ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੋਗੇ, ਤੜਫੋਗੇ। ਇਹੋ ਹੀ ਦੁੱਖ ਹੈ ਨਾ। ਹੰਕਾਰ ਦਾ ਦੁੱਖ ਕੀ ਹੈ? ਦੂਸਰਿਆਂ ਨੂੰ ਪਰਤਕ ਹੋ ਕੇ ਆਦਮੀ ਹੰਕਾਰੀ ਦੁਖੀ ਹੁੰਦਾ ਹੈ। ਤੁਸੀਂ ਬੁੱਧੀ ਦੇ ਨਾਲ ਜੁੜ ਕੇ ਸੀਮਤ ਹੋ ਜਾਂਦੇ। ਬੁੱਧੀ ਸਰੀਰ ਦਾ ਅੰਗ ਹੈ। ਬੁੱਧੀ ਜਿਹੜੀ ਹੈ ਨਾ, ਸਰੀਰ ਦਾ ਅੰਗ ਹੈ। ਤੇ ਤੁਸੀਂ ਬੁੱਧੀ ਦੇ ਨਾਲ ਜੁੜ ਕੇ, ਸਮਝ ਦੇ ਨਾਲ ਜੁੜ ਕੇ, ਮਜ਼ਹਬ ਦੇ ਨਾਲ ਜੁੜ ਕੇ, ਜਾਤੀ ਦੇ ਨਾਲ ਜੁੜ ਕੇ, ਆਪਣੇ ਨਾਮ ਦੇ ਨਾਲ ਜੁੜ ਕੇ ਸੀਮਤ ਹੁੰਦੇ ਜਾਂਦੇ ਹੋ। ਅਸੀਮ ਨਾਲ ਸੰਬੰਧ ਟੁੱਟਦਾ ਹੈ ਤੁਹਾਡਾ। ਤੁਸੀਂ ਸੰਕੀर्ण ਹੁੰਦੇ ਜਾਂਦੇ ਹੋ। ਤੁਸੀਂ ਅਸੀਮ ਅੰਦਰੋਂ ਹੋ, ਤੁਸੀਂ ਅੰਦਰੋਂ ਸਮਰਾਟ, ਪਰ ਬੁੱਧੀ ਦੇ ਨਾਲ ਜੁੜ ਕੇ ਤੁਸੀਂ ਭਿਖਾਰੀ ਬਣ ਗਏ। ਗਿਆਨ ਦੇ ਨਾਲ, ਸਮਝ ਦੇ ਨਾਲ ਜੁੜ ਕੇ, ਸਮਝ ਦੇ ਨਾਲ ਕਿ ਮੈਂ ਸਮਝਦਾਰ ਹਾਂ, ਮੈਂ ਗਿਆਨਵਾਨ ਹਾਂ, ਬੁੱਧੀ ਦੇ ਨਾਲ ਹੀ ਜੁੜੇ ਨਾ, ਮੈਂ ਦੇ ਨਾਲ ਜੁੜੇ। ਮੈਂ ਕੀ ਹੈ? ਉਹ ਜੋ ਸੰਸਾਰ ਦੇ ਵਿੱਚ ਸਮਝ ਇਕੱਠੀ ਕੀਤੀ, ਉਹੋ ਹੀ ਮੈਂ, ਜਾਣਕਾਰੀ ਉਹੋ ਹੀ ਮੈਂ। ਤੇ ਤੁਸੀਂ ਸੰਕੀर्ण ਹੋ ਜਾਂਦੇ। ਇਹੋ ਹੀ ਦੁੱਖ ਹੈ ਨਾ। ਗਿਆਨ ਹੀ ਦੁੱਖ ਹੈ ਕਹਿੰਦੇ ਹਨ ਸੰਸਾਰ ਦਾ। ਤੇ ਗਿਆਨ ਦੇ ਨਾਲ ਜੁੜਨਾ ਦੁੱਖ ਹੈ। ਸਮਝਦਾਰੀ ਦੇ ਨਾਲ ਜੁੜਨਾ, ਜਿਵੇਂ ਇੱਕ ਪੁਰਾਤਨ ਈਸਾਈਅਤ ਕਹਾਣੀ ਹੈ ਨਾ, ਵੀ ਪਰਮਾਤਮਾ ਨੇ ਕਿਹਾ ਸੀ ਆਦਮ ਨੂੰ, ਇਹ ਗਿਆਨ ਦਾ ਫਲ ਨਹੀਂ ਖਾਣਾ, ਤੂੰ ਸਵਰਗ ਦੇ ਬਗੀਚੇ ਚੋਂ ਬਾਹਰ ਨਿਕਲ ਜਾਏਗਾ। ਤੋ ਨਹੀਂ ਸੀ ਮੰਨਿਆ, ਉਹਨੇ ਗਿਆਨ ਦਾ ਫਲ ਖਾ ਲਿਆ ਤੇ ਸਵਰਗ ਦੇ ਬਗੀਚੇ ਚੋਂ ਬਾਹਰ ਨਿਕਲ ਗਿਆ। ਇਹਦਾ ਕੀ ਭਾਵ ਹੋਇਆ? ਕਿ ਸੰਸਾਰ ਦਾ ਗਿਆਨ ਆਇਆ ਤੇ ਗਿਆਨ ਦੇ ਨਾਲ ਜੁੜ ਗਿਆ ਆਦਮੀ ਸਮਝ ਦੇ ਨਾਲ ਜੁੜ ਗਿਆ, ਤੇ ਸਵਰਗ ਦੇ ਬਗੀਚੇ ਤੋਂ ਬਾਹਰ ਤੇ ਹੋ ਹੀ ਗਿਆ ਨਾ, ਸਮਝਦਾਰੀ ਦੇ ਨਾਲ ਜੁੜ ਗਿਆ। ਤੇ ਹਰ ਆਦਮੀ ਦੇ ਨਾਲ ਘਟਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਬਿਲਕੁਲ ਅਗਿਆਨੀ ਹੈ। ਮਾਤਾ ਦੇ ਉਦਰ ਦੇ ਵਿੱਚ ਉਹਦੀ ਲਿਵ ਲੱਗੀ ਹੁੰਦੀ ਹੈ, ਉਦੋਂ ਗਿਆਨ ਥੋੜ੍ਹੀ ਹੁੰਦਾ ਹੈ ਕੋਈ। ਦੇਖੋ ਲਿਵ ਲੱਗੀ ਹੋਈ ਹੈ ਤੇ ਬਾਹਰ ਆਣ ਕੇ ਲਿਵ ਟੁੱਟੀ, ਕਿਵੇਂ ਗਿਆਨ ਹੋ ਗਿਆ, ਸਮਝ ਆ ਗਈ, ਤ੍ਰਿਸ਼ਨਾ ਲੱਗ ਗਈ, ਵਾਸ਼ਨਾ ਲੱਗ ਗਈ। ਗਿਆਨ ਹੋਇਆ ਤਾਂ ਹੀ ਤ੍ਰਿਸ਼ਨਾ ਲੱਗੀ ਨਾ, ਵੀ ਸੰਸਾਰ ਨੂੰ ਪਾਉਣਾ ਹੈ, ਸੰਸਾਰ 'ਚ ਕੁਛ ਪਾਉਣਾ ਹੈ। ਤੇ ਗਿਆਨ ਦੇ ਨਾਲ ਜੁੜ ਗਈ ਤੇ ਸਵਰਗ ਦੇ ਬਗੀਚੇ 'ਚੋਂ ਬਾਹਰ ਆ ਗਿਆ। ਬੁੱਧੀ ਦੇ ਨਾਲ ਜੁੜ ਗਈ, ਸਮਝ ਦੇ ਨਾਲ ਜੁੜ ਗਈ। ਤੇ ਤੁਸੀਂ ਸਮਝ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਸੰਕੀर्ण ਕਰਦੇ ਹੋ। ਆਪਣੀ ਬੁੱਧੀ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਸੰਕੀर्ण ਕਰਦੇ ਹੋ। ਵਿਰਾਟ ਇਕਾਈ, ਵਿਰਾਟ ਦੇ ਨਾਲੋਂ ਸੰਬੰਧ ਟੁੱਟ ਕੇ ਇੱਕ ਇਕਾਈ ਦੇ ਵਿੱਚ ਸੀਮਤ ਹੋ ਜਾਂਦੇ ਹੋ। ਜਿੰਨੇ ਸੀਮਤ ਹੁੰਦੇ ਹੋ ਓਨਾ ਹੀ ਤੁਸੀਂ ਦੁੱਖ ਪਾਓ। ਅਸੀਮ ਨਾਲੋਂ ਟੁੱਟ ਰਹੇ ਹੋ ਤੁਸੀਂ। ਤੇ ਪ੍ਰੇਮ ਜਿਹੜਾ ਹੈ, ਇਹਦੀ ਉਲਟੀ ਯਾਤਰਾ ਹੈ। ਇਹੋ ਮੈਂ ਕਹਿ ਰਿਹਾ ਵੀ ਜਿੰਨਾ ਹੰਕਾਰੀ ਹੋਵੇਗਾ ਆਦਮੀ, ਉਹਦੇ ਵਿੱਚ ਪ੍ਰੇਮ ਨਹੀਂ ਹੁੰਦਾ। ਪ੍ਰੇਮ ਹੈ ਵਿਰਾਟ ਦੇ ਨਾਲ ਜੁੜਨਾ। ਅਹੰਕਾਰ ਹੈ ਵਿਰਾਟ ਨਾਲੋਂ ਪਰਥਕ ਹੋਣਾ, ਸ੍ਰੇਸ਼ਟ ਹੋਣਾ। ਖਿਆਲ ਵਿੱਚ ਰੱਖੋ। ਤੇ ਨਿਰਹੰਕਾਰ ਹੈ, ਜਾਂ ਕਹਿ ਲਈਏ ਪ੍ਰੇਮ ਹੈ, ਵਿਰਾਟ ਦੇ ਨਾਲ ਇੱਕ ਹੋਣਾ।
ਤੇ ਜਦੋਂ ਕਿਹਾ ਜਾਂਦਾ ਹੈ ਵੀ ਤੁਹਾਡੇ ਤੇ ਚੋਟ ਕਰਨੀ ਹੈ, ਤੁਹਾਨੂੰ ਘੜਨਾ ਹੈ, ਤੁਹਾਨੂੰ ਮਿਟਾਉਣਾ ਹੈ, ਤੇ ਤੁਸੀਂ ਸੋਚ ਲੈਂਦੇ ਹੋ ਵੀ ਅਸੀਂ ਕੁਛ ਵੀ ਨਹੀਂ ਹਾਂ, ਸਾਨੂੰ ਮਿਟਾ ਦੇਣਾ ਹੈ। ਨਹੀਂ, ਤੁਸੀਂ ਜੋ ਦੀਨਹੀਨ ਹੋ ਗਏ ਹੋ ਬੁੱਧੀ ਦੇ ਨਾਲ ਜੁੜ ਕੇ, ਜੋ ਤੁਸੀਂ ਆਪਣੇ ਆਪ ਨੂੰ ਸਮਝ ਬੈਠੇ ਹੋ, ਭਿਖਾਰੀ ਬਣ ਗਏ ਹੋ ਬਾਹਰ ਤੁਸੀਂ, ਉਹ ਭਿਖਾਰੀਪਨ ਨੂੰ ਮਿਟਾਉਣਾ ਹੈ। ਇੱਧਰ ਉਲਟਾ ਕੰਮ ਹੋ ਰਿਹਾ ਹੈ, ਤੁਸੀਂ ਉਲਟਾ ਸੋਚ ਰਹੇ ਹੋ। ਤੁਸੀਂ ਸੋਚ ਰਹੇ ਹੋ ਕਿ ਸਾਨੂੰ ਮਿਟਾ ਦੇਣਾ ਹੈ, ਤੇ ਅਸੀਂ ਮਿਟ ਗਏ, ਅਸੀਂ ਕੁਛ ਵੀ ਨਹੀਂ ਰਹੇ। ਵੀ ਸਮਰਪਣ ਕਹਿੰਦੇ ਸਮਰਪਣ ਕਰ ਦਿਓ, ਉਹਦੇ ਮੂਹਰੇ ਸਮਰਪਣ ਕਰ ਦਿੱਤਾ, ਸਾਡੀ ਕੀ ਔਕਾਤ ਰਹੀ, ਫਿਰ ਤਾਂ ਕੁਛ ਵੀ ਨਾ ਰਹੇ, ਦੀਨਹੀਨ ਹੋ ਗਏ। ਨਹੀਂ, ਦੀਨਹੀਨ ਤੁਸੀਂ ਬੁੱਧੀ ਦੇ ਨਾਲ ਜੁੜ ਕੇ ਹੁੰਦੇ ਹੋ। ਤੁਸੀਂ ਅੰਦਰੋਂ ਸਮਰਾਟ ਹੋ, ਤੁਸੀਂ ਬੁੱਧੀ ਦੇ ਨਾਲ ਜੁੜ ਕੇ ਸੰਸਾਰ ਬਾਰੇ ਸੋਚ ਰਹੇ ਹੋ ਤੇ ਆਪਣੀ ਇਕਾਈ ਲਹਿਦਾ ਬਣਾਉਂਦੇ ਹੋ, ਉਹਦਾ ਕਰਕੇ ਦੀਨਹੀਨ ਹੁੰਦੇ ਹੋ। ਤੁਸੀਂ ਭਿਖਾਰੀ ਬਣ ਜਾਂਦੇ ਹੋ। ਤਾਂ ਇੱਧਰ ਦੇਖਿਆ ਜਾ ਰਿਹਾ ਹੈ ਵੀ ਤੁਸੀਂ ਸਮਰਾਟ ਹੋ। ਤੇ ਸਮਰਾਟ ਹੋਣਾ ਹੀ ਤੁਹਾਡਾ ਵਾਸਤਵਿਕ ਦੇ ਵਿੱਚ ਸੁਭਾਅ ਹੈ। ਮੈਂ ਤੁਹਾਨੂੰ ਸਮਰਾਟ ਦੇਖ ਰਿਹਾ ਹਾਂ, ਤੁਸੀਂ ਅੰਦਰੋਂ ਸਮਰਾਟ ਹੀ ਹੋ ਸਾਰੇ। ਅੰਦਰ ਤੁਹਾਡੇ ਉਹੋ ਹੀ ਸਿੰਘਾਸਨ ਹੈ, ਪਰ ਤੁਸੀਂ ਬਾਹਰ ਦੀਨਹੀਨ ਹੋ ਰਹੇ ਹੋ, ਭੀਖ ਮੰਗ ਰਹੇ ਹੋ ਸੁੱਖਾਂ ਦੀ। ਤੇ ਅਛਤ ਰਾਜ ਬਿਛਰੁਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਅੰਦਰੋਂ ਤੁਸੀਂ ਸੁੱਤੇ ਹੋਏ ਹੋ, ਨਰਪਤੇ ਇੱਕ ਸਿੰਘਾਸਨ ਸੋਏ, ਤੇ ਸੰਸਾਰ ਵਿੱਚ ਜਾਗ ਰਹੇ ਹੋ। ਬੁੱਧੀ ਦੇ ਤਲ ਤੇ ਤੁਸੀਂ ਸੁਚੇਤ ਹੋ, ਆਤਮਿਕ ਤਲ ਤੇ ਤੁਸੀਂ ਅਚੇਤ ਹੋ। ਬੁੱਧੀ ਦੇ ਤਲ ਤੇ ਤੁਸੀਂ ਜਾਗ ਰਹੇ ਹੋ, ਰਾਤ ਨੂੰ ਬੁੱਧੀ ਵੀ ਸੌਂ ਜਾਂਦੀ ਹੈ, ਤੇ ਬੁੱਧੀ ਦੇ ਤਲ ਤੇ ਤੁਸੀਂ ਜਾਗ ਰਹੇ ਹੋ ਤੇ ਬੁੱਧੀ ਦੇ ਤਲ ਤੇ ਹੀ ਸੌਂ ਜਾਂਦੇ ਹੋ, ਸੁਪਨਾ ਆ ਜਾਂਦਾ ਹੈ। ਬੁੱਧੀ ਤੋਂ ਪਾਰ ਇੱਕ ਜਾਗਰਣ ਹੈ, ਜਦੋਂ ਉਹ ਹੋ ਜਾਂਦਾ ਹੈ ਫਿਰ ਸਦਾ ਵਾਸਤੇ ਹੋ ਜਾਂਦਾ ਹੈ। ਫਿਰ ਰਾਤ ਨੂੰ ਨੀਂਦ ਆਉਂਦੀ ਹੈ, ਬੁੱਧੀ ਵਿਸ਼ਰਾਮ ਕਰਦੀ ਹੈ, ਸਰੀਰ ਵਿਸ਼ਰਾਮ ਕਰਦਾ ਹੈ, ਪਰ ਉਹ ਜਾਗਦਾ ਰਹਿੰਦਾ ਹੈ, ਉਹ ਸੌਂਦਾ ਨਹੀਂ ਹੈ। ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆ। ਤੇ ਤੁਸੀਂ ਬੁੱਧੀ ਦੁਆਰਾ ਬਾਹਰ ਸੰਸਾਰ ਵਿੱਚ ਜਾਗ ਰਹੇ ਹੋ। ਖਿਆਲ ਵਿੱਚ ਰੱਖੋ, ਫੇਰ ਤੁਹਾਨੂੰ ਦੀਨਹੀਣ ਨਹੀਂ ਬਣਾਇਆ ਜਾ ਰਿਹਾ, ਤੁਹਾਡੀ ਦੀਨਹੀਨਤਾ ਸਮਾਪਤ ਕੀਤੀ ਜਾ ਰਹੀ ਹੈ। ਤੁਹਾਨੂੰ ਸਗੋਂ ਸੰਸਾਰੀ ਲੋਕ ਦੀਨਹੀਨ ਬਣਾ ਰਹੇ ਹਨ, ਤੁਹਾਡੇ ਆਲੇ ਦੁਆਲੇ ਦੇ ਤੁਹਾਨੂੰ ਦੀਨਹੀਨ ਬਣਾਉਂਦੇ ਹਨ। ਉਹ ਕਹਿੰਦੇ ਹਨ ਤੂੰ ਤੇ ਕੁਛ ਵੀ ਨਹੀਂ ਆ, ਤੇਰੇ ਨਾਲੋਂ ਦੇਖੋ ਆ ਮੈਂ ਕਿੱਡਾ ਵਧੀ। ਹਰ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਸੰਸਾਰ ਦੇ ਵਿੱਚ। ਤੁਹਾਡੇ ਆਲੇ ਦੁਆਲੇ ਦੇ ਆਪਣੇ ਤੇ ਸ੍ਰੇਸ਼ਟ ਬਣਦਾ, ਉਹ ਤੁਹਾਨੂੰ ਦੀਨਹੀਨ ਕਰ ਰਹੇ ਹਨ। ਪਰ ਇੱਧਰ ਕਿਹਾ ਜਾ ਰਿਹਾ ਹੈ ਤੁਸੀਂ ਦੀਨਹੀਨ ਨਹੀਂ ਹੋ, ਤੁਸੀਂ ਸਮਰਾਟ ਹੋ, ਸਮਰਾਟ ਦੇ ਪੁੱਤਰ ਹੋ। ਆਤਮਾ ਪਰਮਾਤਮਾ ਇੱਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ।
ਆਤਮਾ ਪਰਮਾਤਮਾ ਤੁਸੀਂ ਉਹੋ ਹੀ ਹੋ। ਤੇ ਬੁੱਧੀ ਦੇ ਨਾਲ ਜੁੜ ਕੇ ਬੁੱਧੀ ਨੂੰ ਮਿਟਾਉਣਾ ਹੈ, ਸਮਝ ਨੂੰ ਮਿਟਾਉਣਾ ਹੈ, ਸਮਝਦਾਰੀ ਨੂੰ ਮਿਟਾਉਣਾ ਹੈ। ਤੇ ਜਦੋਂ ਮੈਂ ਇਹ ਗੱਲ ਕਹਿਣਾ ਤਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਜ਼ਿਆਦਾ ਸਮਝਦਾਰ ਹਾਂ। ਫਿਰ ਖਿਆਲ ਵਿੱਚ ਰੱਖੋ, ਮੈਂ ਉਹੋ ਹੀ ਬੁੱਧੀ ਦਾ ਉਪਯੋਗ ਕਰ ਰਿਹਾ ਹਾਂ ਜਿਹੜੀ ਸਰੀਰ ਦੇ ਨਾਲ ਲੱਗੀ ਹੋਈ ਹੈ। ਪਰ ਮੈਂ ਜਾਣਿਆ ਹੈ ਬੁੱਧੀ ਤੋਂ ਪਾਰ ਜੋ, ਉਹਨੂੰ ਕਹਿ ਰਿਹਾ ਹਾਂ ਇਸ ਬੁੱਧੀ ਦੁਆਰਾ ਤੁਹਾਨੂੰ ਸਮਝਾ ਰਿਹਾ ਹਾਂ ਵੀ ਤੁਸੀਂ ਵੀ ਇਸ ਬੁੱਧੀ ਨੂੰ ਛੱਡ ਕੇ, ਇਸ ਸਮਝ ਨੂੰ ਛੱਡ ਕੇ, ਇਸ ਗਿਆਨ ਨੂੰ ਛੱਡ ਕੇ, ਇਸ ਮੈਨ ਨੂੰ ਛੱਡ ਕੇ ਉਸ ਪਰਮ ਸਿੰਘਾਸਨ ਤੇ ਜਾ ਸਕਦੇ ਹੋ। ਉਹ ਹਾਲੇ ਵੀ ਹੈ, ਸਿੰਘਾਸਨ ਤੁਹਾਡੇ ਅੰਦਰ ਹੈ, ਲੱਗਾ ਹੋਇਆ ਐਨ। ਲక్ష్ਮੀ ਤੁਹਾਡਾ ਇੰਤਜ਼ਾਰ ਕਰ ਰਹੀ, ਸੇਵਾ ਕਰਨ ਨੂੰ ਤਿਆਰ ਹੈ, ਤਤਪਰ ਹੈ। ਪਰ ਤੁਸੀਂ ਬਾਹਰ ਬੁੱਧੀ ਦੁਆਰਾ ਸੰਸਾਰ ਦੇ ਵਿੱਚ ਵਿਚਾਰ ਕਰ ਰਹੇ ਹੋ। ਸੰਸਾਰ ਦੀ ਹੀ ਵਿਚਾਰ ਕਰਦੀ ਬੁੱਧੀ, ਪਰਮਾਤਮਾ ਦੇ ਨਹੀਂ ਕਰ ਸਕਦੀ। ਤੇ ਇਹ ਗੱਲ ਖਿਆਲ ਵਿੱਚ ਰੱਖੋ, ਮੈਂ ਕੋਈ ਗਿਆਨਵਾਨ ਨਹੀਂ ਹਾਂ, ਬਹੁਤਾ ਪੜ੍ਹਿਆ ਲਿਖਿਆ ਨਹੀਂ ਹਾਂ, ਵਿਦਵਾਨ ਨਹੀਂ ਹਾਂ। ਇਹ ਵਾਰ-ਵਾਰ ਮੈਂ ਕਿਹਾ ਹੈ। ਮੈਂ ਸਮਝਦਾਰ ਨਹੀਂ ਹਾਂ, ਬਹੁਤੇ ਸ਼ਬਦ ਨਹੀਂ ਜਾਣਦਾ। ਤੇ ਅੰਗਰੇਜ਼ੀ 'ਚ ਬਹੁਤਾ ਨਾ ਲਿਖਿਆ ਕਰੋ ਕਿ ਮੈਨੂੰ ਸਮਝ ਵਿੱਚ ਹੀ ਨਾ ਆਵੇ। ਸਧਾਰਨ ਜੀ ਭਾਸ਼ਾ, ਕੋਈ ਸਧਾਰਨ ਜਿਹਾ ਬੰਦਾ, ਮੈਨੂੰ ਇੰਨੀ ਸਮਝ ਨਹੀਂ ਹੈ। ਤਾਂ ਮੈਨੂੰ ਗਿਆਨਵਾਨ ਨਾ ਸਮਝ ਲਿਓ। ਖਿਆਲ ਵਿੱਚ ਰੱਖੋ, ਮੈਂ ਗਿਆਨਵਾਨ ਹੈ ਵੀ ਨਹੀਂ, ਮੈਂ ਬਣਨਾ ਵੀ ਨਹੀਂ ਚਾਹੁੰਦਾ। ਮੈਂ ਬਿਲਕੁਲ ਸਾਧਾਰਨ ਜੀਵਨ ਜੀਂਦਾ ਹਾਂ ਤੇ ਜੀਣਾ ਚਾਹੁੰਦਾ, ਬੜੇ ਮਜ਼ੇ 'ਚ। ਤੇ ਮੈਂ ਜਾਣਿਆ ਹੈ ਬੁੱਧੀ ਨੂੰ ਛੱਡ ਕੇ, ਸਮਝ ਨੂੰ ਛੱਡ ਕੇ। ਤੇ ਤੁਹਾਨੂੰ ਵੀ ਕਹਿਣਾ ਹਾਂ, ਤੁਸੀਂ ਵੀ ਇਸ ਬੁੱਧੀ ਨੂੰ ਛੱਡ ਕੇ, ਇਸ ਸਮਝਦਾਰੀ ਨੂੰ ਛੱਡ ਕੇ, ਇਸ ਗਿਆਨ ਨੂੰ ਛੱਡ ਕੇ, ਇਸ ਆਕੜ ਨੂੰ ਛੱਡ ਕੇ, ਮੈਂ ਜਾਣਦਾ ਕੁਛ ਸਮਝਦਾਰ ਤੇ ਉਧਰ ਨੂੰ ਆ ਸਕਦੇ ਹੋ। ਇਹ ਵਾਪਸ ਆਉਣਾ ਹੈ। ਦੇਖੋ, ਛੋਟੇ ਬੱਚੇ ਦੀ ਲਈ ਲੱਗੀ ਸੀ ਨਾ ਮਾਤਾ ਦੇ ਗਰਭ ਦੇ ਵਿੱਚ, ਉਹਨੂੰ ਕਿੰਨਾ ਕੁ ਗਿਆਨ ਸੀ, ਸੰਸਾਰ ਬਾਰੇ ਗਿਆਨ ਸੀ ਕੁਛ, ਬੁੱਧੀ ਵੀ ਨਹੀਂ ਸੀ ਵਿਕਸਿਤ ਹੋਈ ਉਹਦੀ, ਫਿਰ ਵੀ ਉਹਦੀ ਲਿਵ ਲੱਗੀ ਸੀ। ਤੇ ਇਹਦਾ ਮਤਲਬ ਬੁੱਧੀ ਦੇ ਨਾਲ ਸੰਬੰਧ ਥੋੜ੍ਹੀ ਹੈ ਲਿਵ ਦਾ। ਖਿਆਲ ਵਿੱਚ ਰੱਖੋ, ਇਹ ਵਾਪਸ ਆਉਣਾ ਹੈ ਆਪਣੇ ਘਰ। ਬੁੱਧੀ ਸੰਸਾਰ 'ਚ ਕੰਮ ਆਉਂਦੀ ਹੈ, ਸੰਸਾਰ ਨੂੰ ਛੱਡਣ ਵਾਸਤੇ ਵੀ ਬੁੱਧੀ ਕੰਮ ਆਉਂਦੀ ਹੈ, ਸੰਸਾਰ ਨੂੰ ਪਾਉਣ ਵਾਸਤੇ ਵੀ ਆਉਂਦੀ ਹੈ। ਤੇ ਅਧਿਆਤਮਵਾਦੀ ਵੀ ਕਹਿੰਦੇ ਹਨ ਬੁੱਧੀ ਦਾ ਉਪਯੋਗ ਕਰੋ ਸੰਸਾਰ ਨੂੰ ਛੱਡਣ ਵਾਸਤੇ, ਝੂਠ ਨੂੰ ਛੱਡਣ ਵਾਸਤੇ, ਸੱਤ ਨੂੰ ਪਾਉਣ ਵਾਸਤੇ ਨਹੀਂ, ਕਿਉਂਕਿ ਸੱਤ ਤੇ ਪਾਇਆ ਹੀ ਹੋਇਆ ਹੈ। ਝੂਠ ਨੂੰ ਛੱਡਣਾ ਹੈ ਤੇ ਝੂਠ ਦੇ ਨਾਲ ਫਿਰ ਬੁੱਧੀ ਹੈ ਉਹ ਵੀ ਛੁੱਟ ਜਾਂਦੀ ਹੈ। ਮੈਂ ਵੀ ਝੂਠ ਦੇ ਨਾਲ ਹੀ ਬਣ ਰਹੀ ਹੈ, ਤੇ ਜੇ ਝੂਠ ਛੁੱਟ ਗਿਆ ਤੇ ਮੈਂ ਛੁੱਟ ਗਈ। ਇਹੋ ਤੇ ਮੈਂ ਕਹਿਣਾ, ਖਿਆਲ ਵਿੱਚ ਰੱਖੋ। ਮੈਂ ਤੋਂ ਦਾ ਉਪਯੋਗ ਵੀ ਕਰਨਾ ਪੈਂਦਾ ਹੈ ਤੁਹਾਨੂੰ ਸਮਝਾਉਣ ਵਾਸਤੇ। ਹੁਣ ਮੈਂ ਦਾ ਉਪਯੋਗ ਤੇ ਕਰਨਾ ਹੀ ਪਵੇਗਾ ਨਾ ਤੁਹਾਨੂੰ ਸਮਝਾਉਣ ਵਾਸਤੇ। रविदास जी भी कह रहे हैं, जब हम होते तब तू नाही, अब तू ही मैं नाही। वो भी मैं तू का उपयोग कर रहे हैं, ਜਦੋਂ मैं है ही नहीं। फिर भी ਸਮਝਾਉਣ ਵਾਸਤੇ, ਕਹਿਣ ਵਾਸਤੇ ਸੰਸਾਰਿਕ ਭਾਸ਼ਾ ਦੇ ਵਿੱਚ ਉਪਯੋਗ ਕਰਨਾ ਪੈਂਦਾ ਹੈ। ਸੰਸਾਰਿਕ ਭਾਸ਼ਾ ਦਵੈਤ ਦੀ, ਇੱਥੇ ਮੈਂ ਤੂੰ ਵਰਤਣਾ ਪੈਂਦਾ ਤੇ ਹੈ ਥੋੜ੍ਹੀ, ਅੰਦਰੋਂ ਥੋੜ੍ਹੀ ਹੈ, ਉੱਥੇ ਮੈਂ ਤੂੰ ਥੋੜ੍ਹੀ ਹੈ। ਸਰੀਰਾਂ ਦਾ ਭੇਦ ਹੈ, ਸਰੀਰ ਵੱਖੋ ਵੱਖਰੇ ਹਨ, ਸੋਚ ਵੱਖੋ ਵੱਖਰੀ ਹੈ, ਬੁੱਧੀ ਵੱਖੋ ਵੱਖਰੀ ਹੈ, ਸਮਝ ਵੱਖੋ ਵੱਖਰੀ। ਅੰਦਰ ਸਭ ਇੱਕ ਹੈ। ਏਕੋ ਸਿਮਰੋ ਨਾਨਕਾ ਦੂਜਾ ਕਾਹੇ ਕੋ। ਇਸੇ ਕਰਕੇ ਕਿਹਾ ਹੈ ਨਾ, ਦੂਜਾ ਕਾਹੇ ਸਿਮਰੇ ਜੋ ਜੰਮੇ ਤੇ ਮਰ। ਸੰਸਾਰ ਨੂੰ ਨਾ ਸਿਮਰੋ, ਸਰੀਰਾਂ ਨੂੰ ਨਾ ਸਿਮਰੋ, ਉਹਨੂੰ ਸਿਮਰੋ ਜਿਹੜਾ ਇੱਕ ਹੈ।